ਸਿੰਘ ਮਹਾਰਾਜ ਜਿਨ੍ਹਾਂ ਦਾ ਬਖਸ਼ਿਸ਼ ਕੀਤਾ ਆ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਹਾਜ਼ਰੀ ਲਗਾਉਂਦੇ ਹੋਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵੱਡ ਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਆ। ਪਿਛਲਾ ਅਸੋਂ ਦਾ ਮਹੀਨਾ ਸੁੱਖਾਂ ਭਰਿਆ ਸਤਿਗੁਰਾਂ ਨੇ ਆਪਣੇ ਭਾਣੇ ਦੇ ਵਿੱਚ ਬਤੀਤ ਕਰਾਇਆ ਆ। ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ ਆ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੱਤਕ ਦੇ ਮਹੀਨੇ ਦੇ ਵਿੱਚ ਸਾਨੂੰ ਕੀ ਉਪਦੇਸ਼ ਕਰ ਰਹੇ ਨੇ, ਕਿਉਂਕਿ ਜਿਵੇਂ ਜੀਵ ਦਾ ਮਨ ਦਿਨ ਰਾਤ ਹਰ ਵਕਤ ਬਦਲਦਾ ਹੈ, ਉਸੇ ਤਰ੍ਹਾਂ ਹੀ ਰੁੱਤਾਂ ਦੇ ਹਿਸਾਬ ਦੇ ਨਾਲ ਜਿਵੇਂ ਰੁੱਤਾਂ ਬਦਲਦੀਆਂ ਨੇ, ਕਿਸੇ ਵੇਲੇ ਠੰਡ ਜ਼ਿਆਦਾ ਹੁੰਦੀ ਆ, ਕਿਸੇ ਵੇਲੇ ਘੱਟ, ਕਿਸੇ ਵੇਲੇ ਗਰਮੀ ਜ਼ਿਆਦਾ ਪੈਂਦੀ ਆ, ਕਿਸੇ ਵੇਲੇ ਘੱਟ ਪੈਂਦੀ ਆ। ਇਸੇ ਤਰ੍ਹਾਂ ਹੀ ਜਿਵੇਂ ਬਰਸਾਤਾਂ ਨੇ ਕਿਸੇ ਵੇਲੇ ਜ਼ਿਆਦਾ ਪੈਂਦੀਆਂ ਨੇ ਤੇ ਕਿਸੇ ਵੇਲੇ ਘੱਟ ਪੈਂਦੀਆਂ ਨੇ। ਸਤਿਗੁਰਾਂ ਨੇ ਇਸੇ ਕਰਕੇ ਸਾਨੂੰ ਹਰ ਮਹੀਨੇ ਦਾ ਉਪਦੇਸ਼ ਦੇਣਾ ਕੀਤਾ ਹੈ ਕਿ ਕਿਹੜੇ ਮਹੀਨੇ ਦੇ ਵਿੱਚ ਜੀਵ ਦਾ ਕਿਸ ਤਰ੍ਹਾਂ ਦਾ ਮਨ ਹੋਣਾ ਹੈ। ਸੋ ਉਸ ਪ੍ਰਥਾਏ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹੀਨਿਆਂ ਦੇ ਪ੍ਰਥਾਏ ਹੀ ਇਹ ਸਾਨੂੰ ਉਪਦੇਸ਼ ਦਿੱਤੇ ਨੇ। ਆਓ ਕੱਤਕ ਦੇ ਮਹੀਨੇ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਉਪਦੇਸ਼ ਕਰਵਾ ਰਹੇ ਨੇ, ਸਾਨੂੰ ਦੇ ਰਹੇ ਨੇ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰੂ ਫਰਮਾਉਂਦੇ ਹਨ, ਕੱਤਕ ਕਰਮ ਕਮਾਵਨੇ ਦੋਸ ਨਾ ਕਾਹੂ ਜੋਗ। ਤੇ ਕੱਤਕ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਦੇ ਹੀ ਉਸੇ ਤਰ੍ਹਾਂ ਦਾ ਹੀ ਸਤਿਗੁਰੂ ਕਹਿੰਦੇ ਸਾਨੂੰ ਫਲ ਪ੍ਰਾਪਤ ਹੋਵੇਗਾ। ਜੇ ਅਸੀਂ ਚੰਗਾ ਬੀਜਾਂਗੇ ਤੇ ਚੰਗਾ ਹੀ ਸਾਨੂੰ ਪ੍ਰਾਪਤ ਹੋਵੇਗਾ, ਜੇ ਮਾੜਾ ਬੀਜਾਂਗੇ ਤੇ ਮਾੜਾ ਹੀ ਪ੍ਰਾਪਤ ਹੋਵੇਗਾ। ਇਸ ਕਰਕੇ ਸਤਿਗੁਰ ਕਹਿੰਦੇ ਕਿਰਪਾ ਕਰਦੇ ਹਨ ਕਿ ਜਿਸ ਤਰ੍ਹਾਂ ਦੇ ਜੀਵ ਕਰਮ ਕਮਾਉਂਦਾ ਹੈ ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਕਿੱਕਰ ਹੋਵੇ ਤੇ ਕਿੱਕਰ ਦੇ ਕੋਲੋਂ ਕੋਈ ਫਲ ਪ੍ਰਾਪਤ ਕਰਨ ਦੀ ਇੱਛਾ ਜ਼ਾਹਿਰ ਕਰੇ ਕਿ ਮੈਨੂੰ ਇਹ ਫਲ ਦੇਵੇ, ਪਰ ਬੀਜੀ ਕਿੱਕਰ ਹੋਵੇ ਤੇ ਉਸਨੇ ਤੇ ਕੰਡੇ ਹੀ ਦੇਣੇ ਹੈ। ਇਸ ਤਰ੍ਹਾਂ ਜੇ ਅਸੀਂ ਕੰਡੇ ਬੀਜਾਂਗੇ ਤੇ ਸਾਨੂੰ ਕੰਡੇ ਹੀ ਪ੍ਰਾਪਤ ਹੋਣੇ ਨੇ, ਕਿੱਕਰ ਬੀਜਾਂਗੇ ਤੇ ਕੰਡੇ ਪ੍ਰਾਪਤ ਹੋਣੇ ਨੇ। ਜੇ ਅਸੀਂ ਫਲ ਬੀਜਾਂਗੇ ਤੇ ਸਾਨੂੰ ਫਲ ਹੀ ਪ੍ਰਾਪਤ ਹੋਵੇਗਾ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਇਹ ਜਿਹੜੀ ਸਾਡਾ ਸਰੀਰ ਹੈ, ਇਹ ਧਰਤੀ ਰੂਪ ਸਰੀਰ, ਇਸ ਵਿੱਚ ਜਿਸ ਤਰ੍ਹਾਂ ਦੇ ਅਸੀਂ ਕਰਮ ਕਮਾਵਾਂਗੇ ਉਸੇ ਤਰ੍ਹਾਂ ਦਾ ਹੀ ਸਾਨੂੰ ਫਲ ਪ੍ਰਾਪਤ ਹੋਵੇਗਾ। ਦੋਸ ਨਾ ਕਾਹੂ ਜੋਗ। ਸਤਿਗੁਰ ਕਿਰਪਾ ਕਰਦੇ ਹਨ ਕਿ ਜਦੋਂ ਸਾਨੂੰ ਫਿਰ ਪ੍ਰਾਪਤ ਹੁੰਦਾ ਹੈ ਫਲ, ਜਿਹੜੇ ਅਸੀਂ ਕੰਡੇ ਬੀਜੇ ਹੁੰਦੇ ਨੇ, ਜੋ ਕਰਮ ਬੀਜੇ ਹੁੰਦੇ ਨੇ, ਉਸ ਦਾ ਫਲ ਜੇ ਉਸ ਹਿਸਾਬ ਨਾਲ ਸਤਿਗੁਰੂ ਜਦੋਂ ਸਾਨੂੰ ਦਿੰਦੇ ਆ, ਫਿਰ ਅਸੀਂ ਸਤਿਗੁਰੂ ਕਿਰਪਾ ਕਰਦੇ ਹਨ ਕਿ ਰੋਸਾ ਕਰਦੇ ਹਾਂ, ਸਤਿਗੁਰਾਂ ਤੋਂ ਨਿਰਾਸ਼ ਹੁੰਦੇ ਹਾਂ ਕਿ ਪਰ ਸਤਿਗੁਰ ਕਹਿੰਦੇ ਦੋਸ ਨਾ ਕਾਹੂ ਜੋ। ਕਿਸੇ ਨੂੰ ਦੋਸ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਤੇਰੇ ਕਰਕੇ ਮੈਨੂੰ ਇਹ ਦੁੱਖ ਮਿਲਿਆ ਆ। ਅੱਜ ਕੱਲ ਤਾਂ ਸਾਡੇ ਮਨ ਦੇ ਵਿੱਚ ਇਹੋ ਹੀ ਚੱਲਦਾ ਕਿ ਮੇਰੇ ਗਵਾਂਢੀ ਨੇ ਮੈਨੂੰ ਕੁਝ ਕਰ ਦਿੱਤਾ ਤੇ ਮੈਨੂੰ ਉਹ ਕਰ ਦਿੱਤਾ। ਇਸ ਤਰ੍ਹਾਂ ਸਤਿਗੁਰ ਕਹਿੰਦੇ ਨਹੀਂ, ਦੋਸ ਨਾ ਕਾਹੂ। ਇਸ ਤਰ੍ਹਾਂ ਨਹੀਂ ਕਮਾਇਆ ਉਹ ਹੀ ਪ੍ਰਾਪਤ ਹੋਵੇਗਾ। ਦੱਦੇ ਦੋਸ ਨਾ ਦੇਉ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਣਾ। ਹੋਰ ਕਿਸੇ ਨੂੰ ਦੋਸ ਨਹੀਂ ਦੇਣ ਦੀ ਲੋੜ, ਆਪਣੇ ਵੱਲ ਝਾਤੀ ਮਾਰੋ, ਅਸੀਂ ਕੀ ਬੀਜਿਆ ਹੈ ਉਸੇ ਤਰ੍ਹਾਂ ਦਾ ਸਤਿਗੁਰੂ ਕਿਰਪਾ ਕਰਦੇ ਨੇ ਕਿ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਕਿਰਪਾ ਕਰਦੇ ਹਨ ਕਿ ਪਰਮੇਸ਼ਰ ਤੇ ਭੁੱਲਿਆ, ਕਿਉਂਕਿ ਪਰਮੇਸ਼ਰ ਅਕਾਲ ਪੁਰਖ ਨੂੰ ਭੁੱਲਿਆ ਸਾਰੇ ਹੀ ਰੋਗ ਵਿਆਪਦੇ ਨੇ। ਸਾਰੇ ਜਿੰਨੇ ਵੀ ਰੋਗ ਨੇ, ਮਨ ਦੇ ਰੋਗ, ਤਨ ਦੇ ਰੋਗ ਆ, ਸਾਰੇ ਹੀ ਸਤਿਗੁਰ ਕਹਿੰਦੇ ਤੇਰੇ ਸਰੀਰ ਤੇ ਵਿਆਪਣਗੇ ਜੇ ਪਰਮੇਸ਼ਰ ਨੂੰ ਭੁੱਲੇਗਾ। ਕਿਉਂਕਿ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੇ, ਕਿਆ ਤੁਧ ਕਰਮ ਕਮਾਇਆ,
ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਾ ਕੇ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਨੇ ਹਰੀ ਪਰਮੇਸ਼ਰ ਕਾਰ ਪੁਰਖ ਨੇ ਤੇਰਾ ਰਚਨ ਰਚਿਆ ਤੂੰ ਉਸ ਨੂੰ ਮਨ ਦੇ ਵਿੱਚ ਨਹੀਂ ਵਸਾਉਣਾ ਕੀਤਾ। ਜਿਸ ਪਰਮੇਸ਼ਰ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ, ਲੱਤਾਂ ਦਿੱਤੀਆਂ, ਬਾਹਾਂ ਦਿੱਤੀਆਂ, ਇਹ ਪਰਮੇਸ਼ਰ ਦੀ ਸੇਵਾ ਕਰਨ ਵਾਸਤੇ ਬਾਹਾਂ ਦਿੱਤੀਆਂ, ਹੱਥ ਦਿੱਤੇ, ਲੱਤਾਂ ਸਾਨੂੰ ਸਤਿਗੁਰਾਂ ਨੇ ਸਾਡੇ ਇੱਥੇ ਆਉਣ ਲਈ ਦਿੱਤੀਆਂ ਨੇ। ਸਤਿਗੁਰਾਂ ਦੇ ਦਰਸ਼ਨ ਕਰ, ਚੌਂਕੜੀ ਮਾਰ ਕੇ ਬੈਠ ਸਕਦਾ ਮੈਂ, ਚੌਂਕੜੀ ਮਾਰ ਕੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ। ਪਰ ਸਤਿਗੁਰ ਕਹਿੰਦੇ ਜਦੋਂ ਤੂੰ ਇਹ ਸਾਰੀਆਂ ਚੀਜ਼ਾਂ ਪਰਮੇਸ਼ਰ ਵੱਲੋਂ ਦਿੱਤੀਆਂ ਹੋਈਆਂ ਭੁੱਲ ਗਿਆ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ, ਫਿਰ ਤਨ ਦੇ ਤੇ ਮਨ ਦੇ ਰੋਗ ਸਾਰੇ ਕੀ ਵਿਆਪਣਗੇ। ਵੇ ਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜਦੋਂ ਜੀਵ ਬੇਮੁਖ ਹੋ ਜਾਂਦਾ ਪਰਮੇਸ਼ਰ ਅਕਾਲ ਪੁਰਖ ਤੋਂ, ਤੇ ਫਿਰ ਜਨਮਾਂ ਦੇ ਸਤਿਗੁਰ ਕਹਿੰਦੇ ਉਸ ਨੂੰ ਵਿਜੋਗ ਲੱਗਦੇ ਹਨ, ਜਨਮਾਂ ਦੇ ਵਿਛੋੜੇ ਪੈ ਜਾਂਦੇ ਹਨ। ਫਿਰ ਇਹ ਮਨੁੱਖਾ ਜਨਮ ਇਸੇ ਤਰ੍ਹਾਂ ਹੀ ਬੜੀ ਮੁਸ਼ਕਲਾਂ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਜੇ ਅਸੀਂ ਸਤ ਸੰਗਤ ਦੀਆਂ ਘੜੀਆਂ ਨਾ ਪ੍ਰਾਪਤ ਕੀਤੀਆਂ, ਆਪ ਭਾਗਾਂ ਵਾਲੇ ਹੋ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ, ਕਥਾ ਵਿਚਾਰ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਸੁਣ ਰਹੇ ਹੋ, ਇਹ ਵੀ ਚੰਗੇ ਭਾਗ ਨੇ। ਕਿਉਂਕਿ ਸਤ ਸੰਗਤ ਦੀਆਂ ਘੜੀਆਂ ਵੀ ਚੰਗੇ ਭਾਗਾਂ ਤੋਂ ਬਗੈਰ ਨਹੀਂ ਪ੍ਰਾਪਤ ਹੁੰਦੀਆਂ। ਸਤਿਗੁਰ ਫਰਮਾਉਂਦੇ ਨੇ ਬਟ ਭਾਗੀ ਹਰ ਸੰਗਤ ਪਾਵਗੇ, ਭਾਗਹੀਨ ਭ੍ਰਮ ਚੋਟਾਂ ਖਾਵਗੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਬਿਨਾਂ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ। ਆਪ ਭਾਗਾਂ ਵਾਲੇ ਕੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰ ਕਿਰਪਾ ਕਰਦੇ ਨੇ, ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਫਿਰ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ ਜਿਹੜੇ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਦੇ, ਉਹਨਾਂ ਨੂੰ ਜਨਮਾਂ ਦੇ ਵਿਜੋਗ ਲੱਗ ਜਾਂਦੇ ਨੇ, ਵਿਛੋੜੇ ਪੈ ਜਾਂਦੇ ਨੇ, ਮਨੁੱਖਾ ਜਨਮ ਨਹੀਂ ਮਿਲਦਾ। ਫਿਰ ਸਤ ਸੰਗਤ ਦੀਆਂ ਘੜੀਆਂ ਕਿਸ ਤਰ੍ਹਾਂ ਪ੍ਰਾਪਤ ਕਰਨਗੇ। ਖਿਨ ਮਹਿਕਾਰੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਨੇ, ਜਿੰਨੇ ਵੀ ਅਸੀਂ ਦੁਨਿਆਵੀ ਪਦਾਰਥਾਂ ਦੇ ਵਿੱਚ ਵਿਅਰਥ ਹੋਈ ਜਾ ਰਹੇ ਹਾਂ, ਕਿਉਂਕਿ ਮਾਇਆ ਕਮਾਉਣ ਵਾਸਤੇ ਬੰਦਾ ਦਿਨ ਰਾਤ ਜਾਗਣਾ ਮਨਜ਼ੂਰ ਕਰ ਲੈਂਦਾ ਹੈ, ਪਰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਵੇਲੇ ਦਿਨ ਰਾਤ ਨਹੀਂ ਜਾਗ ਸਕਦਾ। ਸਤਿਗੁਰਾਂ ਨੇ ਤੇ ਫਿਰ ਵੀ ਕਿਹਾ ਕਿ ਆਦੀ ਘੜੀ ਭਾਵੇਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੋ, ਸਤਿਗੁਰਾਂ ਦਾ ਨਾਮ ਜਪਣਾ ਕਰੋ, ਸਤਿਗੁਰਾਂ ਦੀ ਕਥਾ ਵਿਚਾਰ ਸਰਵਣ ਕਰੋ, ਸਤਿਗੁਰ ਕਿਰਪਾ ਕਰਦੇ ਨੇ। ਪਰ ਨਹੀਂ, ਇਸ ਤਰ੍ਹਾਂ ਕਹਿੰਦੇ ਕਿ ਜੀਵ ਦਿਨ ਰਾਤ ਪੈਸੇ ਕਮਾਉਣ ਕਰਕੇ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਪਰਮੇਸ਼ਰ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਸੋ ਸਤਿਗੁਰ ਕਹਿੰਦੇ ਨੇ ਜਿੰਨੀ ਮਾਇਆ ਇਕੱਠੀ ਕੀਤੀ ਹੁੰਦੀ ਆ, ਖਿਨ ਮੈਂ ਕੌੜੇ ਹੋ ਗਏ। ਖਿਨ ਦੇ ਵਿੱਚ ਇੱਕ ਮਾਤਰ 'ਚ ਇਹ ਕੌੜੀ ਲੱਗਣ ਲੱਗ ਪੈਂਦੀ ਆ। ਉਸ ਵੇਲੇ ਕੌੜੀ ਲੱਗਦੀ ਆ ਜਦੋਂ ਵਿਆਪਨ ਸਭੇ ਰੋਗ, ਜਦੋਂ ਸਰੀਰ ਦੇ ਉੱਤੇ ਆ ਕੇ ਰੋਗ ਵਿਆਪਦੇ ਨੇ, ਡਾਕਟਰ ਜਵਾਬ ਦੇ ਦਿੰਦੇ ਨੇ, ਫਿਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਚੇਤਾ ਆਉਂਦਾ ਆ। ਪਰ ਸਤਿਗੁਰ ਕਿਰਪਾ ਕਰਦੇ ਹਨ ਕਿ ਫਿਰ ਕੋਈ ਗੱਲ ਨਹੀਂ ਬਣਦੀ। ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ਼। ਸਤਿਗੁਰ ਕਹਿੰਦੇ ਵਿੱਚ ਦਾ ਅਰਥ ਹੈ ਵਿਚੋਲਾ। ਫਿਰ ਕਹਿੰਦੇ ਕੋਈ ਵੀ ਤੇਰਾ ਵਿਚੋਲਾ ਵੀ ਨਹੀਂ ਬਣੇਗਾ, ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ਼। ਫਿਰ ਕਿਸੇ ਕੋਲ ਆਪਣੇ ਰੋਣੇ ਰੋਵੇਗਾ। ਫਿਰ ਉਸ ਸਮੇਂ ਪਦਾਰਥਾਂ ਦੇ ਵਿੱਚ ਫਸ ਕੇ ਮਾਇਆ ਮੋਹਣੀ ਦੇ ਵਿੱਚ ਲੱਗਾ ਰਿਹਾ, ਪਰਮੇਸ਼ਰ ਅਕਾਲ ਪੁਰਖ ਨੂੰ ਯਾਦ ਨਾ ਕੀਤਾ, ਸਤ ਸੰਗਤ ਦੀਆਂ ਘੜੀਆਂ ਨਾ ਪ੍ਰਾਪਤ ਕੀਤੀਆਂ, ਸਤਿਗੁਰ ਕਿਰਪਾ ਕਰਦੇ ਹਨ ਕਿ ਵਿੱਚ ਨਾ ਕੋਈ ਕਰ ਸਕੇ। ਫਿਰ ਜਦੋਂ ਤੇਰੇ ਤੇ ਰੋਗ ਵਿਆਪਣਗੇ, ਫਿਰ ਕੋਈ ਨਹੀਂ ਨੇੜੇ ਲੱਗੇਗਾ, ਕੋਈ ਵਿਚੋਲਾ ਵੀ ਨਹੀਂ ਬਣੇਗਾ, ਕੋਈ ਅਰਦਾਸ ਬੇਨਤੀ ਵੀ ਨਹੀਂ ਕਰੇਗਾ। ਇਸ ਕਰਕੇ ਸਤਿਗੁਰ ਕਹਿੰਦੇ ਨੇ ਕਿਸ ਥੈ ਰੋਵੇ ਰੋਜ਼, ਜਿੰਨੇ ਮਰਜ਼ੀ ਰੋਣੇ ਰੋਜ਼ ਜਿਸ ਮਰਜ਼ੀ ਕੋਲ, ਫਿਰ ਕੋਈ ਗੱਲ ਨਹੀਂ ਬਣੇਗੀ। ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਜੋ ਮਰਜ਼ੀ ਯਤਨ ਕਰ ਆਪਣੇ ਬਚਾਉਣ ਨੂੰ, ਆਪਣੇ ਤਨ ਮਨ ਦੇ ਰੋਗ ਨੂੰ ਬਚਾਉਣ ਵਾਸਤੇ, ਸਤਿਗੁਰ ਕਹਿੰਦੇ ਵੀ ਕੁਝ ਨਹੀਂ ਹੋਵੇਗਾ, ਕੁਝ ਨਹੀਂ ਪ੍ਰਾਪਤ ਹੋਵੇਗਾ। ਕੀਤਾ ਕਿਛੂ ਨਾ ਹੋਵਈ, ਜਿੰਨੇ ਮਰਜ਼ੀ ਉਪਾਅ ਕਰ, ਕੋਈ ਵਿਚੋਲਾ ਨਹੀਂ ਬਣੇਗਾ, ਤੇ ਫਿਰ ਕਹਿੰਦੇ ਕੋਈ ਹੱਲ ਨਹੀਂ ਹੋਵੇਗਾ। ਲਿਖਿਆ ਤੁਰ ਸੰਜੋਗ, ਕਿਉਂਕਿ ਜਿਵੇਂ ਦਾ ਤੂੰ ਬੀਜ ਬੀਜਿਆ ਸੀ ਉਸੇ ਦਾ ਤੈਨੂੰ ਪ੍ਰਾਪਤ ਹੋਇਆ ਆ, ਤੇ ਜੋ ਪ੍ਰਾਪਤ ਹੋਇਆ ਉਹ ਤੈਨੂੰ ਭੋਗਣਾ ਪਵੇਗਾ। ਫਿਰ ਅਸੀਂ ਸਤਿਗੁਰਾਂ ਅੱਗੇ ਇਹ ਤਾਂ ਬੇਨਤੀ ਕਰਾਂਗੇ, ਮਹਾਰਾਜ ਸਾਨੂੰ ਬਖਸ਼ ਲੋ, ਕਿਸੇ ਤਰੀਕੇ ਨਾਲ ਬਖਸ਼ਣਾ ਕਰੋ। ਫਿਰ ਸਤਿਗੁਰ ਅੱਗੇ ਸਮਝਾਉਣਾ ਕਰਦੇ ਹਨ, ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ। ਸਤਿਗੁਰ ਕਿਰਪਾ ਕਰਦੇ ਹਨ ਕਿ ਇੱਕ ਤਰੀਕੇ ਨਾਲ ਬਖਸ਼ਿਆ ਜਾ ਸਕਦਾ ਹੈ ਜੀਵ। ਵੱਡ ਭਾਗੀ ਮੇਰਾ ਪ੍ਰਭ ਮਿਲੇ, ਜੇ ਵੱਡੇ ਭਾਗ ਹੋਣ, ਜਿਵੇਂ ਵੱਡੇ ਭਾਗ ਨੇ, ਤੇ ਆਪ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਕਿਉਂਕਿ ਵਿਦਵਾਨਾਂ ਦੇ ਮਹਾਂਪੁਰਖਾਂ ਦੇ ਕਥਨ ਹਨ
ਕਿ ਇੱਕ ਭਾਰੀ ਦ੍ਰਿਸ਼ ਬੋਹੜ, ਜੇ ਕਿੰਨਾ ਵੱਡਾ ਉਹ ਦ੍ਰਿਸ਼ ਉਹ ਬੋਹੜ ਹੁੰਦਾ ਹੈ, ਉਸ ਦੇ ਜਿੰਨੇ ਪੱਤੇ ਹੋਣ ਉਨੀ ਗਿਣਤੀ ਕੀਤੀ ਜਾਵੇ ਤਾਂ ਉਹਨੇ ਚੰਗੇ ਭਾਗ ਹੋਣ, ਤੇ ਕਹਿੰਦੇ ਸਿੱਖਾਂ ਦੇ ਘਰੇ ਜਨਮ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਉਸ ਬੋਹੜ ਨੂੰ, ਉਸ ਭਾਰੀ ਵੱਡੇ ਦਰਖਤ ਨੂੰ ਜਿੰਨੇ ਬੋਹੜ ਦੀਆਂ ਗੋਲਾਂ ਲੱਗੀਆਂ ਨੇ, ਉਹ ਜਿੰਨੀਆਂ ਗੋਲਾਂ ਨੇ, ਉਹ ਗੋਲਾਂ ਜਿੰਨੀ ਗਿਣਤੀ ਕੀਤੀ ਜਾਵੇ ਉਹਨੇ ਚੰਗੇ ਭਾਗ ਹੋਣ, ਤੇ ਕਹਿੰਦੇ ਸਿੱਖਾਂ ਦੇ ਘਰੇ ਜਨਮ ਹੁੰਦਾ ਹੈ। ਤੇ ਉਹ ਪੱਤਿਆਂ ਦੀ ਜਿੰਨੀ ਗਿਣਤੀ ਕੀਤੀ ਜਾਵੇ ਤਾਂ ਮਨੁੱਖਾ ਜਨਮ ਮਿਲਦਾ ਹੈ। ਤੇ ਇੱਕ ਗੋਲ ਦੇ ਵਿੱਚ ਕਿੰਨੇ ਬੀਜ ਨੇ, ਇਸੇ ਤਰ੍ਹਾਂ ਕਹਿੰਦੇ ਜਿੰਨੀਆਂ ਸਾਰੀਆਂ ਬੋਹੜ ਦੀਆਂ ਗੋਲਾਂ ਨੇ ਉਹਨਾਂ ਵਿੱਚ ਜਿੰਨੇ ਬੀਜ ਨੇ, ਉਹ ਸਾਰੇ ਬੀਜਾਂ ਦੀ ਗਿਣਤੀ ਕੀਤੀ ਜਾਵੇ ਤੇ ਉਨੀ ਗਿਣਤੀ ਦੇ ਮੁਤਾਬਕ ਚੰਗੇ ਭਾਗ ਹੋਣ ਤੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ। ਆਪ ਭਾਗਾਂ ਵਾਲੇ ਹੋ ਕਿ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ, ਤੇ ਸਤਿਗੁਰੂ ਵੀ ਕਿਰਪਾ ਕਰਦੇ ਵੱਡ ਭਾਗੀ ਮੇਰਾ ਪ੍ਰਭ ਮਿਲੇ। ਇਹ ਵੀ ਵੱਡਿਆਂ ਭਾਗਾਂ ਨਾਲ ਪ੍ਰਭੂ ਪਰਮੇਸ਼ਰ ਕਾਲ ਪੁਰਖ ਨੂੰ ਮਿਲਿਆ ਜਾਂਦਾ ਹੈ। ਤੇ ਉਹ ਮਿਲਿਆ ਤਾਂ ਜਾਵੇਗਾ ਜਦੋਂ ਅਸੀਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਾਂਗੇ, ਤੇ ਫਿਰ ਸਤਿਗੁਰੂ ਕਹਿੰਦੇ ਨੇ ਉਤਰੇ ਸਭ ਵਿਯੋਗ, ਫਿਰ ਸਾਰੇ ਹੀ ਤਨ ਮਨ ਦੇ ਰੋਗ ਵੀ ਉਤਰ ਜਾਣਗੇ। ਵਿਯੋਗ ਦਾ ਅਰਥ ਕੀ? ਵਿਛੋੜਾ, ਜਿਹੜਾ ਪ੍ਰਭੂ ਪਰਮੇਸ਼ਰ ਕਾਲ ਪੁਰਖ ਨਾਲੋਂ ਵਿਛੋੜਾ ਪੈਣਾ ਸੀ। ਜਿਵੇਂ ਸਤਿਗੁਰੂ ਕਹਿੰਦੇ ਨਾ ਲੱਗਣ ਜਨਮ ਵਿਜੋਗ, ਕਿ ਜਦੋਂ ਬੇਮੁਖ ਰਾਮ ਤੋਂ ਹੋ ਜਾਵਾਂਗੇ ਜਨਮਾਂ ਜਨਮਾਂ ਦੇ ਵਿਜੋਗ ਵਿਛੋੜੇ ਲੱਗ ਜਾਣਗੇ, ਛੇਤੀ ਕੀਤਿਆਂ ਮਨੁੱਖਾ ਜਨਮ ਨਹੀਂ ਪ੍ਰਾਪਤ ਹੋਵੇਗਾ। ਪਰ ਜੇ ਗਲਤੀਆਂ ਕਰ ਵੀ ਬੈਠਾਂਗੇ, ਸਤਿਗੁਰੂ ਕਹਿੰਦੇ ਇੱਕ ਹੱਲ ਹੈ, ਵੱਡ ਭਾਗੀ ਮੇਰਾ ਪ੍ਰਭ ਮਿਲੇ। ਜੇ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰੇ ਤੇ ਪਰਮੇਸ਼ਰ ਕਾਲ ਪੁਰਖ ਮਿਲ ਸਕਦਾ ਹੈ। ਉਤਰੇ ਸਭ ਵਿਯੋਗ, ਫਿਰ ਸਾਰੇ ਤਨ ਮਨ ਦੇ ਰੋਗ ਵੀ ਦੂਰ ਹੋਣਗੇ ਤੇ ਪਰਮੇਸ਼ਰ ਅਕਾਲ ਪੁਰਖ ਨੂੰ ਜਿਹੜਾ ਸਾਰੇ ਹੀ ਵਿਛੋੜੇ ਦੂਰ ਹੋ ਜਾਣਗੇ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਆਖਰੀ ਪੰਕਤੀ ਵਿੱਚ ਸਤਿਗੁਰ ਕਿਰਪਾ ਕਰਦੇ ਹਨ ਕਿ ਨਾਨਕ ਕੋ ਪ੍ਰਭ ਰਾਖ ਲੈ। ਸਤਿਗੁਰੂ ਜੀ ਕਿਰਪਾ ਕਰਦੇ ਹੈ, ਕਾਲ ਪੁਰਖ ਵਾਹਿਗੁਰੂ ਜੀਓ ਸਾਨੂੰ ਰੱਖ ਲਓ, ਸਾਨੂੰ ਐਸੇ ਪਾਪਾਂ ਦੇ ਕੋਲੋਂ ਜਿਹੜੇ ਸਾਡੇ ਕੋਲੋਂ ਹੋ ਗਏ ਨੇ ਸਾਨੂੰ ਰੱਖ ਲਓ, ਸਾਨੂੰ ਬਖਸ਼ ਲਓ। ਮੇਰੇ ਸਾਹਿਬ ਬੰਦੀ ਮੋਚ, ਮੌਤ ਦਾ ਅਰਥ ਹੈ ਕੱਟਣਾ। ਸਾਡੇ ਦੁੱਖਾਂ ਨੂੰ ਕੱਟ ਦਿਓ, ਸਾਡੇ ਪਾਪਾਂ ਨੂੰ ਕੱਟ ਦਿਓ। ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬੰਦੀ ਛੋੜ ਦਾਤਾ ਕਹਿੰਦਾ, ਇੱਥੇ ਵੀ ਆ ਰਿਹਾ ਬੰਦੀ ਮੋਚ। ਇਸੇ ਤਰ੍ਹਾਂ ਜਿਵੇਂ 52 ਰਾਜੇ ਜਿਨ੍ਹਾਂ ਨੂੰ ਕੱਚਾ ਜ਼ਹਿਰ ਮਿਲਾ ਕੇ ਦਿਆ ਜਾਂਦਾ ਸੀ, ਉਸ ਤਰ੍ਹਾਂ ਉਹਨਾਂ ਦੀ ਮ੍ਰਿਤੂ ਪੱਕੀ ਸੀ, ਕਿਉਂਕਿ ਉਮਰ ਭਰ ਦੀ ਕੈਦ ਹੋਈ ਸੀ। ਜਦੋਂ ਸਤਿਗੁਰ ਉੱਥੇ ਮਿਲੇ, ਵੱਡ ਭਾਗੀ ਮੇਰਾ ਪ੍ਰਭ ਮਿਲੇ। ਵੱਡਿਆਂ ਭਾਗਾਂ ਦੇ ਨਾਲ ਰਾਜਿਆਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋਏ। ਉੱਥੇ ਸਤਿਗੁਰਾਂ ਦੇ ਮੁਖ ਚੋਂ ਉਹਨਾਂ ਗੁਰਬਾਣੀ ਸਰਵਣ ਕਰਨੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਣੀਆਂ। ਫਿਰ ਇਸ ਤਰ੍ਹਾਂ ਜਦੋਂ ਸਤਿਗੁਰ ਉੱਥੋਂ ਜਾਣ ਲੱਗੇ, ਰਾਜਿਆਂ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਵੀ ਨਾਲ ਲੈ ਕੇ ਚੱਲੋ। ਸਾਨੂੰ ਤੇ ਸੰਗਲਾਂ ਦੇ ਨਾਲ ਬੰਨਿਆ ਹੋਇਆ ਸੀ, ਸਾਨੂੰ ਕੱਚੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਸੀ, ਸਾਡਾ ਇਸ ਰਾਜੇ ਨੇ ਜੀਣਾ ਹਰਾਮ ਕੀਤਾ ਸੀ। ਜਦੋਂ ਦੇ ਤੁਸੀਂ ਆਏ ਆ ਸਾਡੇ ਬੰਧਨ ਕੱਟੇ ਗਏ, ਸੋ ਆਪ ਕਿਰਪਾ ਕਰੋ ਸਾਨੂੰ ਇੱਥੋਂ ਨਾਲ ਲੈ ਕੇ ਜਾਇਓ। ਇਸੇ ਤਰ੍ਹਾਂ ਸਤਿਗੁਰੂ ਇੱਥੇ ਫਰਮਾ ਰਹੇ ਨੇ, ਨਾਨਕ ਕੋ ਪ੍ਰਭ ਰਾਖ ਲੈ। ਇਹ ਸੱਚੇ ਪਾਤਸ਼ਾਹ ਕਾਲ ਪੁਰਖ ਜੀ ਸਾਨੂੰ ਰੱਖ ਲਓ, ਜਿੰਨੇ ਸਾਡੇ ਕੋਲੋਂ ਪਾਪ ਹੋ ਗਏ ਨੇ ਸਾਨੂੰ ਬਖਸ਼ ਲਓ, ਸਾਨੂੰ ਬਖਸ਼ਣਾ ਕਰੋ। ਮੇਰੇ ਸਾਹਿਬ ਬੰਦੀ ਮੋਚ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਨੂੰ ਬਖਸ਼ ਲਓ, ਸਾਡੇ ਬੰਧਨਾਂ ਨੂੰ ਕੱਟੋ। ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਦੇ ਨੇ, ਵੱਡ ਭਾਗੀ ਮੇਰਾ ਪ੍ਰਭ ਮਿਲੇ। ਵੱਡਿਆਂ ਭਾਗਾਂ ਨਾਲ ਸਤ ਸੰਗਤ ਦੀਆਂ ਅਸੀਂ ਘੜੀਆਂ ਪ੍ਰਾਪਤ ਕਰਾਂਗੇ ਤੇ ਸਤਿਗੁਰ ਕਿਰਪਾ ਕਰਨਗੇ, ਕਿਉਂਕਿ ਬੜੀ ਮੁਸ਼ਕਲਾਂ ਦੇ ਨਾਲ ਇਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ। ਤੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਵਾਸਤੇ ਵੀ ਬਹੁਤ ਵੱਡੇ ਭਾਗ ਚਾਹੀਦੇ ਨੇ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਸਿੱਖ ਹੋਇਆ ਬਹੁਤ ਪਿਆਰਾ ਸਿੱਖ, ਉਸ ਦਾ ਨਾਮ ਸੀ ਮਾਧੋ ਦਾਸ। ਸਤਿਗੁਰਾਂ ਨੇ ਇਹਨਾਂ ਨੂੰ ਕਸ਼ਮੀਰ ਦੇ ਇਲਾਕੇ ਦੇ ਵਿੱਚ ਸਿੱਖੀ ਪ੍ਰਚਾਰ ਵਾਸਤੇ ਭੇਜਿਆ। ਜਦ ਸਿੱਖੀ ਪ੍ਰਚਾਰ ਵਾਸਤੇ ਇਹ ਗਏ ਨੇ, ਉੱਥੇ ਸੰਗਤਾਂ ਇਹਨਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਤਿਕਾਰ ਕਰਦੀਆਂ, ਕਿਉਂਕਿ ਸੰਗਤਾਂ ਨੂੰ ਜੋੜਿਆ, ਸੱਚਾ ਉਪਦੇਸ਼ ਸਰਵਣ ਕਰਦੀਆਂ ਨੇ। ਉਸ ਸਮੇਂ ਹੁਣ ਇੱਥੇ ਹੀ ਸ਼ਾਹੂਕਾਰ ਰਹਿੰਦਾ ਹੈ। ਉਸ ਸ਼ਾਹੂਕਾਰ ਦੇ 4 ਪੁੱਤਰ ਨੇ, ਸਭ ਤੋਂ ਛੋਟੇ ਦਾ ਨਾਮ ਹੈ ਮਾਧੋ ਦਾਸ। ਮਾਧੋ ਦਾਸ ਸੰਤਾਂ ਦਾ ਨਾਮ ਹੈ, ਸਭ ਤੋਂ ਛੋਟਾ ਪੁੱਤਰ ਹੈ। ਉਸ ਦਾ ਸ਼ਾਹੂਕਾਰ ਦਾ ਉਹ ਆਖੇ ਨਹੀਂ ਲੱਗਦਾ, ਕੋਈ ਕੰਮ ਕਾਰ ਨਹੀਂ ਲੱਗਦਾ, ਘਰੇ ਵਿਹਲਾ ਰਹਿੰਦਾ ਹੈ। ਪਰ ਉਸ ਵਿੱਚ ਇੱਕ ਗੁਣ ਸੀ, ਕਿਉਂਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਸੰਤਾਂ ਦੀ ਸੇਵਾ ਕਰਦਾ ਹੈ, ਮਾਧੋ ਦਾਸ ਦੀ ਸੰਗਤ ਕਰਦਾ ਹੈ। ਜਦੋਂ ਸੰਗਤ ਕਰਦਾ ਹੈ
ਫਿਰ ਜਿਸ ਦਿਨ ਕੋਈ ਦੀਵਾਨ ਆਰੰਭ ਹੋਣੇ ਆ, ਮਹੀਨਾ ਮਹੀਨਾ ਇੱਕ ਦੀਵਾਨ ਚੱਲਣੇ ਆ, ਫਿਰ ਰਾਤ ਵੇਲੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨੀ, ਤੇ ਉਸ ਵਿੱਚ ਇੱਕ ਗੁਣ ਸੀ ਕਿ ਉਹ ਜਿੰਨਾ ਤੱਕ ਸਮਾਪਤੀ ਨਹੀਂ ਹੋ ਜਾਂਦੀ, ਅਰਦਾਸ ਬੇਨਤੀ ਜਿੰਨਾ ਤੱਕ ਸਰਵਣ ਨਹੀਂ ਹੋ ਜਾਂਦੀ, ਉਹਨਾਂ ਤੱਕ ਉਹ ਉੱਥੋਂ ਜਾਇਆ ਨਹੀਂ ਸੀ ਕਰਦਾ। ਇੱਕ ਦਿਨ ਉਸ ਇਲਾਕੇ ਦੇ ਵਿੱਚ, ਕਸ਼ਮੀਰ ਇਲਾਕੇ ਦੇ ਵਿੱਚ ਬਹੁਤ ਵੱਡੀ ਚੋਰੀ ਹੋਈ। ਜਿਹੜਾ ਕਸ਼ਮੀਰ ਦਾ ਰਾਜਾ ਸੀ, ਬਾਦਸ਼ਾਹ ਸੀ, ਉਸਨੇ ਹੁਕਮ ਕੀਤਾ, ਕਿਉਂਕਿ ਉਸ ਦੀ ਬੇਇੱਜ਼ਤੀ ਹੋਈ, ਉਸ ਦੀ ਪ੍ਰਜਾ ਉਸ ਨੂੰ ਤਾਨੇ ਮਿਹਣੇ ਮਾਰਨ ਲੱਗ ਪਈ, ਤੇਰੇ ਰਾਜ ਦੇ ਵਿੱਚ ਇੰਨੀ ਵੱਡੀ ਚੋਰੀ ਹੋਈ ਆ। ਫਿਰ ਉਸਨੇ ਇਹ ਹੁਕਮ ਐਲਾਨ ਕੀਤਾ ਕਿ ਜਿਹੜਾ ਵੀ 10 ਵਜੇ ਤੋਂ ਬਾਅਦ ਮੈਨੂੰ ਦਿਖਾਈ ਦੇ ਦਿੱਤਾ ਤੇ ਉਸ ਨੂੰ ਮੌਤ ਦਿੱਤੀ ਜਾਊਗੀ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਫਿਰ ਇਸ ਤਰ੍ਹਾਂ ਸੰਗਤਾਂ ਨੇ ਬੇਨਤੀ ਕੀਤੀ ਸੰਤਾਂ ਨੂੰ, ਮਾਧੋਦਾਸ ਸੰਤ ਨੂੰ, ਕਿ ਮਹਾਰਾਜ ਆਪ ਜਿਹੜੀਆਂ ਸਤ ਸੰਗਤ ਦੀਆਂ ਘੜੀਆਂ ਅਸੀਂ ਪ੍ਰਾਪਤ ਕਰਨ ਆਉਂਦੇ, ਕਥਾ ਵਿਚਾਰ ਸਰਵਣ ਕਰ ਆਉਂਦੇ ਆ, ਤੁਸੀਂ ਕਥਾ ਦੀ ਸਮਾਪਤੀ ਸਮੇਂ ਸਿਰ ਕਰ ਦਿਆ ਕਰੋ, ਕਿਉਂਕਿ ਰਾਜੇ ਵੱਲੋਂ, ਬਾਦਸ਼ਾਹ ਵੱਲੋਂ ਹੁਕਮ ਹੈ ਕਿ ਜੇ ਕੋਈ ਰਾਤ ਬਰਾਤੇ ਦੇਰ ਦੇ ਨਾਲ ਪਕੜਿਆ ਗਿਆ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਸੰਗਤਾਂ ਨੇ ਹੁਕਮ ਮੰਨ ਕੇ ਕਥਾ ਦੀ ਸਮਾਪਤੀ ਸਮੇਂ ਸਿਰ ਕਰਨ ਲੱਗ ਪਏ। ਪਰ ਇੱਕ ਦਿਨ ਐਸਾ ਦਿਨ ਆਇਆ, ਸੰਤ ਮਹਾਂਪੁਰਸ਼ ਐਸੇ ਕਥਾ ਦੇ ਵਿੱਚ ਲੀਨ ਹੋਏ ਆ, ਐਸੀ ਲਿਵ ਲੱਗੀ ਆ ਕਿ ਉਹਨਾਂ ਨੂੰ ਸਮੇਂ ਦਾ ਚੇਤਾ ਨਹੀਂ ਰਿਹਾ। ਸੰਗਤਾਂ ਉਡੀਕਦਿਆਂ ਰਹੀਆਂ ਕਿ ਰਾਤ ਦੇ 9 ਵੱਜ ਗਏ ਆ, 10 ਵਜਣ ਚ 10 ਮਿੰਟ ਰਹਿ ਗਏ ਆ, 5 ਮਿੰਟ ਰਹਿ ਗਏ ਆ। ਸੰਤਾਂ ਦੀਆਂ ਅੱਖਾਂ ਵੱਲ ਦੇਖਦੇ ਨੇ, ਔਰ ਗੁਰਸਿੱਖ ਦੀਆਂ, ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜਾ ਭੇਜਿਆ ਮਾਧੋ ਦਾਸ, ਉਹ ਗੁਰਸਿੱਖ ਉਸ ਦੀਆਂ ਅੱਖਾਂ ਲੱਗੇ ਨੇ, ਕਦੋਂ ਸੰਤ ਮਹਾਂਪੁਰਸ਼ ਇਹ ਗੁਰਸਿੱਖ ਅੱਖਾਂ ਖੋਲਣ ਤੇ ਅਸੀਂ ਇੱਥੋਂ ਜਾਣਾ ਕਰੀਏ, ਕਿਉਂਕਿ ਬਾਦਸ਼ਾਹ ਵੱਲੋਂ ਡਰ ਸੀ ਕਿ ਉਸਨੇ ਸਾਨੂੰ ਮਾਰ ਦੇਣਾ। ਆਖਰਕਾਰ ਗੁਰਸਿੱਖ ਨੇ ਅੱਖਾਂ ਨਹੀਂ ਖੋਲੀਆਂ, ਕਥਾ ਦੇ ਵਿੱਚ ਲੱਗੇ ਰਹੇ। ਸਭ ਸੰਗਤਾਂ ਹੀ ਉੱਥੋਂ ਚਲੇ ਗਈਆਂ ਬਾਦਸ਼ਾਹ ਦੇ ਡਰ ਤੋਂ, ਪਰ ਉਹ ਜਿਹੜਾ ਸ਼ਾਹੂਕਾਰ ਦਾ ਸਭ ਤੋਂ ਛੋਟਾ ਪੁੱਤਰ ਸੀ, ਉਹ ਨਾ ਗਿਆ। ਸੰਤ ਮਹਾਂਪੁਰਸ਼ਾਂ ਨੇ ਜਦੋਂ ਕਥਾ ਦੀ ਸਮਾਪਤੀ ਕੀਤੀ, 11-12 ਵੱਜ ਗਏ। ਉਹਨਾਂ ਕਿਹਾ ਕਿ ਤੂੰ ਆਪਣੀ ਜਾਨ ਜੋਖਮ ਦੇ ਵਿੱਚ ਕਿਉਂ ਪਾਈ, ਤੈਨੂੰ ਵੀ ਚਲੇ ਜਾਣਾ ਚਾਹੀਦਾ ਸੀ। ਪਰ ਉਹ ਕਹਿੰਦਾ, ਸੰਤ ਮਹਾਂਪੁਰਸ਼ੋ, ਇੱਕ ਤਾਂ ਇੱਥੇ ਸੰਗਤ ਦੇ ਵਿੱਚ ਕੋਈ ਮੌਜੂਦ ਨਾ ਰਿਹਾ, ਦੂਸਰਾ ਮੇਰੀ ਵੀ ਕਥਾ ਦੇ ਵਿੱਚ ਇੰਨੀ ਲਿਵ ਲੱਗੀ ਕਿ ਮੇਰਾ ਇੱਥੋਂ ਜਾਣ ਨੂੰ ਜੀ ਨਹੀਂ ਕੀਤਾ। ਸੋ ਸਤਿਗੁਰੂ ਉਸ ਸਮੇਂ ਸੰਤਾਂ ਨੇ ਇਹ ਆਸ਼ੀਰਵਾਦ ਦਿੱਤਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੇਰੇ ਅੰਗ ਸੰਗ ਸਹਾਈ ਰਹਿਣ। ਉਹ ਲੜਕਾ ਉੱਥੋਂ ਨਿਕਲਿਆ, ਪੁਲਿਸ ਵਾਲਿਆਂ ਨੇ ਪਕੜ ਲਿਆ। ਬਾਦਸ਼ਾਹ ਦਾ ਹੁਕਮ ਸੀ ਦੇਰ ਰਾਤ ਜਦੋਂ ਪਕੜਿਆ ਜਾਵੇਗਾ ਉਸ ਨੂੰ ਮੌਤ ਦੇ ਘਾਟ ਉਤਾਰਨਾ ਹੈ। ਪੜ ਕੇ ਬਾਦਸ਼ਾਹ ਦੇ ਸਾਹਮਣੇ ਜਦ ਪੇਸ਼ ਕੀਤਾ ਗਿਆ ਤੇ ਬਾਦਸ਼ਾਹ ਨੇ ਕਿਹਾ ਕਿ ਆਪਣੇ ਸੰਗੀ ਸਾਥੀਆਂ ਨੂੰ ਲੈ ਕੇ ਆ। ਖਾਲਸਾ ਜੀ, ਇੱਥੇ ਇਹੋ ਹੀ ਇੱਕ ਸਾਨੂੰ ਸੁਣਨ ਵਾਸਤੇ ਜ਼ਿਕਰ ਆਉਣਾ ਹੈ, ਜਿਵੇਂ ਸਤਿਗੁਰੂ ਫਰਮਾਉਂਦੇ ਨੇ, ਕੋਈ ਜਾਣੇ ਕਮਨ ਇਹਾਂ ਜਗ ਮੀਤ। ਕੋਈ ਵਿਰਲਾ ਹੀ ਜਾਣਦਾ ਹੈ ਕਿ ਇੱਥੇ ਸਾਡਾ ਅਸਲੀ ਮਿੱਤਰ ਕੌਣ ਹੈ। ਇਹ ਵੀ ਸਤਿਗੁਰਾਂ ਨੇ ਸਵਾਲ ਪਾਇਆ ਸੀ। ਹੁਣ ਬਾਦਸ਼ਾਹ ਨੇ ਉਸਦੇ ਘਰਦਿਆਂ ਨੂੰ ਬੁਲਾਇਆ, ਸ਼ਾਹੂਕਾਰ ਪੁੱਜਿਆ, ਉਸ ਨੂੰ ਪੁੱਛਿਆ ਗਿਆ ਕਿ ਇਹ ਤੇਰਾ ਪੁੱਤਰ ਹੈ। ਬਾਦਸ਼ਾਹ ਦਾ ਡਰ ਸੀ, ਉਹ ਮੁੱਕਰ ਗਿਆ ਕਿ ਇਹ ਮੇਰਾ ਪੁੱਤਰ ਨਹੀਂ ਹੈ। ਮਾਂ ਵੀ ਮੁੱਕਰ ਗਈ ਕਿ ਮੇਰਾ ਪੁੱਤਰ ਨਹੀਂ ਹੈ। ਉਹਨਾਂ ਨੂੰ ਪਤਾ ਸੀ, ਕਿਉਂਕਿ ਸਤਿਗੁਰ ਕਹਿੰਦੇ ਨੇ ਕਿ ਇਹ ਜਿੰਨੇ ਵੀ ਅਸੀਂ ਇੱਥੇ ਸੰਜੋਗੀ ਮਿਲੇ, ਪੂਰਬ ਲਿਖ ਕੇ ਮਿਲੇ ਸੰਜੋਗੀ, ਅੰਤੇ ਕੋਣਾ ਸਹਾਈ। ਇਹ ਪੂਰਬਲੇ ਜਨਮਾਂ ਦੇ, ਪਿਛਲੇ ਜਨਮਾਂ ਦੇ ਅਸੀਂ ਇਹ ਸੰਜੋਗਾਂ ਦੇ ਕਾਰਨ ਲੈਣ ਦੇਣ ਕਰਕੇ ਮਿਲੇ ਹਾਂ। ਇਹ ਸਾਡਾ ਕੋਈ ਪੁੱਤਰ ਹੈ, ਧੀ ਹੈ, ਲੈਣ ਦੇਣ ਕਰਕੇ ਅਸੀਂ ਮਿਲੇ ਹਾਂ। ਅੰਤੇ ਕੋਣਾ ਸਹਾਈ, ਅੰਤ ਨੂੰ ਕੋਈ ਨਹੀਂ ਸਹਾਈ ਹੁੰਦਾ। ਉਹ ਅੰਤ ਵੇਲੇ ਉਹ ਸ਼ਾਹੂਕਾਰ ਕਹਿੰਦਾ ਮੇਰਾ ਪੁੱਤਰ ਨਹੀਂ, ਮਾਤਾ ਕਹਿੰਦੀ ਮੇਰਾ ਪੁੱਤਰ ਨਹੀਂ, ਮੌਤ ਦਾ ਡਰ ਆ। ਕਹਿੰਦੇ ਕੰਮਕਾਰ ਕੋਈ ਕਰਦਾ ਨਹੀਂ ਆ, ਇਸ ਨਾਲ ਜੋ ਸਲੀਕਾ ਕਰਨਾ ਤੁਸੀਂ ਕਰ ਸਕਦੇ ਆ। ਹੋਰ ਰਿਸ਼ਤੇਦਾਰ ਬੁਲਾਏ, ਭੈਣ ਭਰਾ ਬੁਲਾਏ, ਉਹਨਾਂ ਨੇ ਵੀ ਨਾ ਕਰ ਦਿੱਤੀ। ਕਹਿੰਦੇ ਪੁਲਿਸ ਵਾਲਿਆਂ ਨੇ ਪਕੜਿਆ, ਪਤਾ ਨਹੀਂ ਕਿਹੜਾ ਕੇਸ ਪਾ ਦੇਣ। ਆਖਰਕਾਰ ਫਿਰ ਬਾਦਸ਼ਾਹ ਨੇ ਕਿਹਾ ਕਿ ਤੇਰਾ ਕੋਈ ਸਹਾਈ ਹੈਗਾ ਆ, ਤੇਰਾ ਕੋਈ ਸੰਗੀ ਸਾਥੀ ਹੈਗਾ। ਉਸਨੇ ਫਿਰ ਅੰਤ ਵੇਲੇ ਮਾਧੋ ਦਾਸ ਦਾ ਨਾਮ ਲਿਆ ਕਿ ਹਾਂਜੀ ਮੈਂ ਉਸ ਗੁਰਸਿੱਖ ਦੀ ਸੇਵਾ ਕਰਦਾ ਹਾਂ, ਉਸ ਗੁਰਸਿੱਖ ਦੇ ਕੋਲੋਂ ਕਥਾ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਸਰਵਣ ਕਰਦਾ, ਉਹ ਮੇਰੀ ਅਗਵਾਈ ਦੇਣਗੇ। ਜਦ ਸੰਤ ਮਾਧੋ ਦਾਸ ਜੀ ਆਏ ਨੇ ਤੇ ਉਸ ਸਮੇਂ ਫਿਰ ਉਹਨਾਂ ਨੇ ਕਿਹਾ ਬਾਦਸ਼ਾਹ ਨੇ ਕਿ ਤੇਰਾ ਕੀ ਲੱਗਦਾ। ਉਹਨਾਂ ਕਿਹਾ ਕਿ ਇਹ ਮੇਰਾ ਸਭ ਕੁਝ ਲੱਗਦਾ ਹੈ, ਮੇਰਾ ਰਿਸ਼ਤੇਦਾਰ ਵੀ ਲੱਗਦਾ ਹੈ, ਮੇਰਾ ਸਾਗ ਸੰਬੰਧੀ ਵੀ ਲੱਗਦਾ ਆ। ਤੇ ਉਹ ਕਹਿੰਦਾ ਕਿ ਇਹ ਦੇਰ ਰਾਤ ਨਾਲ ਪਕੜਿਆ ਗਿਆ, ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਸੰਤਾਂ ਨੇ ਕਿਹਾ ਕਿ ਇਹ ਮੇਰੀ ਵਜ੍ਹਾ ਕਾਰਨ ਪਕੜਿਆ ਗਿਆ, ਜੇ ਮੈਂ ਸਮੇਂ ਸਿਰ ਸਮਾਪਤੀ ਕਥਾ ਦੀ ਕਰ ਦਿੰਦਾ ਤੇ ਇਸ ਨਾਲ ਇਹ ਹਾਲਤ ਨਾ ਹੁੰਦੀ, ਜੇ ਸਜ਼ਾ ਦੇਣੀ ਆ ਤੁਸੀਂ ਮੈਨੂੰ ਦੇ ਦਿਓ। ਪਰ ਬਾਦਸ਼ਾਹ ਮੰਨਿਆ ਨਹੀਂ। ਕਹਿੰਦਾ ਕਿ ਤੁਹਾਨੂੰ ਪਤਾ ਕਿ ਸੰਤਾਂ ਨੂੰ ਮੈਂ ਸਜ਼ਾ ਨਹੀਂ ਦੇ ਸਕਦਾ, ਜੇ ਤੁਹਾਨੂੰ ਸਜ਼ਾ ਦੇਵਾਂਗਾ ਤੇ ਸਾਰੀ ਪ੍ਰਜਾ ਮੇਰੇ ਖਿਲਾਫ ਬੋਲੇਗੀ,
ਇਹ ਤੁਸੀਂ ਇਹਨੂੰ ਬਚਾਉਣ ਦਾ ਢੰਗ ਬਣਾਇਆ ਆ ਕਿ ਤੁਹਾਨੂੰ ਮੈਂ ਸਜ਼ਾ ਦੇਵਾਂ ਤੇ ਇਹ ਬਚ ਜਾਵੇ, ਤੁਸੀਂ ਇਹਦੇ ਨਾਲ ਰਲੇ ਹੋਏ ਹੋ। ਇਹ ਰਾਤ ਨੂੰ ਅਵਾਰਾਗਰਦੀ ਪਕੜਿਆ ਗਿਆ, ਅਵਾਰਾਗਰਦੀ ਕਰਦਾ। ਉਸ ਸਮੇਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵੀ ਤੁਹਾਨੂੰ ਹੁੰਦਾ ਆ, ਸੰਤਾਂ ਨੂੰ ਕਹਿੰਦਾ ਕਿ ਤੁਸੀਂ ਬਚਾ ਲਓ, ਪਰ ਇਸ ਨੂੰ ਤਾਂ ਸੂਲੀ ਟੰਗਿਆ ਜਾਵੇਗਾ। ਤੇ ਉਸ ਸਮੇਂ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਤ ਮਾਧੋ ਦਾਸ ਨੇ ਕਿਹਾ ਕਿ ਇਸ ਨੂੰ ਮੈਂ ਕੀ ਬਚਾਉਣਾ ਆ। ਜਿਸ ਗੁਰੂ ਦੇ ਸ਼ਬਦ ਦੀ ਇਹ ਕਥਾ ਸਰਵਣ ਕਰਦਾ ਸੀ, ਜਿਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲਾਂ ਦੀ, ਸ਼ਬਦਾਂ ਦੀ ਇਹ ਕਥਾ ਵਿਚਾਰ ਸਰਵਣ ਕਰਦਾ ਰਿਹਾ ਸੀ, ਉਹ ਗੁਰੂ ਹੀ ਇਸ ਨੂੰ ਬਚਾਉਣਾ ਕਰੇਗਾ। ਬਾਦਸ਼ਾਹ ਨੇ ਸੂਲੀ ਤੇ ਚਾੜਨ ਦਾ ਹੁਕਮ ਦੇ ਦਿੱਤਾ। ਜਦੋਂ ਸੂਲੀ ਤੇ ਚਾੜਿਆ ਗਿਆ, ਉਸ ਸਮੇਂ ਇਹ ਦਰਖਤ ਹੁੰਦਾ ਸੀ, ਐਸੇ ਦਰਖਤ ਨੇ ਜਿਹੜੇ ਮੱਸਿਆ ਵਾਲੇ ਦਿਨ 1-1, 2-2 ਫੁੱਟ ਲੰਬੇ ਵੱਧਦੇ ਸਨ। ਉਹ ਢਿੱਡ ਦੇ ਵਿੱਚ ਖੁੱਭ ਜਾਵੇ ਢਿੱਡ ਪਾੜ ਦਿੰਦਾ ਸੀ, ਜੇ ਛਾਤੀ 'ਚ ਖੁੱਭ ਗਿਆ ਛਾਤੀ ਪਾੜ ਦੇਣੀ। ਉਸ ਤਰ੍ਹਾਂ ਉਹਨੂੰ ਦਰਖਤ ਦੇ ਨਾਲ ਬੰਨ੍ਹ ਦਿੱਤਾ ਗਿਆ। ਰਾਤ ਵੇਲੇ ਜਦੋਂ ਉਸਨੇ ਉਸ ਦਰਖਤ ਨੇ ਵੱਡਾ ਹੋਣਾ ਸੀ, ਸੰਤ ਮਾਧੋ ਦਾਸ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਤੁਹਾਡੇ ਹੀ ਸ਼ਬਦ ਦੀ ਕਥਾ ਵਿਚਾਰ ਸਰਵਣ ਕਰਦਾ ਇਹ ਲੇਟ ਹੋਇਆ, ਉਸ ਤਰੀਕੇ ਨਾਲ ਸਜ਼ਾ ਦਿੱਤੀ ਜਿਹੜੀ ਆਪ ਰਖਵਾਲੇ ਹੋਣਾ, ਆਪ ਰੱਖਿਆ ਕਰਦੀ। ਉਸ ਸਮੇਂ ਕਹਿੰਦੇ ਉਸ ਦਰਖਤ ਵੱਲੋਂ ਵਿੱਚੋਂ ਹਰੀਆਂ ਪੱਤੀਆਂ ਉੱਗ ਗਈਆਂ, ਉਹ ਵਧਿਆ ਨਹੀਂ, ਇਹ ਤਰ੍ਹਾਂ ਪਾ ਗਿਆ। ਫਿਰ ਬਾਦਸ਼ਾਹ ਨੇ ਲੋਹੇ ਦੀ ਸੂਲੀ ਗੱਡ ਦਿੱਤੀ, ਉਹ ਸੂਲੀ ਵੀ ਪਿਘਲ ਗਈ। ਫਿਰ ਉਹ ਜਿਹੜਾ ਬਾਦਸ਼ਾਹ ਸੀ ਸੰਤ ਮਾਧੋ ਦਾਸ ਦੇ ਚਰਨਾਂ 'ਚ ਝੁਕਿਆ ਤੇ ਉਸਨੇ ਕਿਹਾ ਕਿ ਮੈਨੂੰ ਮਾਫ ਕਰੋ, ਮੈਂ ਅਣਜਾਣ ਸਾਂ, ਮੈਨੂੰ ਬਖਸ਼ ਲਓ। ਕਹਿੰਦੇ ਕਿ ਮਾਫੀਆਂ ਸਾਡੇ ਕੋਲ ਨਾ ਮੰਗ, ਜਿਸ ਗੁਰੂ ਨੇ ਇਸ ਦੀ ਰੱਖਿਆ ਕੀਤੀ ਉਸ ਕੋਲੋਂ ਮਾਫੀਆਂ ਮੰਗ। ਫਿਰ ਉਹ ਬਾਦਸ਼ਾਹ ਸ਼ਾਹੂਕਾਰ ਤੇ ਉਹ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ। ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਨੇ ਤੇ ਸੰਤਾਂ ਮਹਾਂਪੁਰਸ਼ਾਂ ਮਾਧੋ ਦਾਸ ਨੇ ਸਾਰਾ ਹੀ ਇਹ ਵਿਆਖਿਆ ਕਰਕੇ ਸੁਣਾਈ ਕਿ ਇਸ ਤਰ੍ਹਾਂ ਇਸ ਦੇ ਨਾਲ ਹੋਇਆ। ਤਾਂ ਉਹਨਾਂ ਨੇ ਮਾਧੋ ਦਾਸ ਦੇ ਪਰਖਾਏ ਇਹ ਸ਼ਬਦ ਉਚਾਰੇ। ਮਾਧੋ ਦਾਸ, ਸਤਿਗੁਰਾਂ ਨੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਖਰਿਆ। ਸੁੱਕੇ ਵੀ ਜਿਹੜੇ ਦਰਖਤ ਸਨ ਉਹ ਵੀ ਹਰੇ ਹੋ ਗਏ। ਉਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਸਤ ਸੰਗਤ ਦੀਆਂ ਇੰਨੀਆਂ ਘੜੀਆਂ ਪ੍ਰਾਪਤ ਕਰਨ ਦਾ ਫਲ ਹੈ, ਸਤਿਗੁਰਾਂ ਨੇ ਮੌਤ ਤੋਂ ਵੀ ਬਚਾਉਣਾ ਕਰਦੀਆਂ ਨੇ। ਫਿਰ ਉਹ ਸ਼ਾਹੂਕਾਰ, ਮਾਤਾ ਪਿਤਾ, ਰਿਸ਼ਤੇਦਾਰ ਆਏ ਕਿ ਸਾਡੇ ਪੁੱਤਰ ਦੀ ਬੜੀ ਉਸਤਤ ਹੋਈ ਹੈ, ਬੰਦਗੀ ਵਾਲਾ ਨਿਕਲਿਆ। ਉਸ ਨੂੰ ਸੂਲੀ ਤੇ ਟੰਗਣ ਲੱਗੇ ਸੀ, ਹਰੀਆਂ ਪੱਤੀਆਂ ਨਿਕਲ ਆਈਆਂ, ਜਿਹੜੀ ਲੋਹੇ ਦੀ ਸੂਲੀ ਸੀ ਉਹ ਪਿਘਲ ਗਈ ਆ। ਫਿਰ ਉਸ ਪੁੱਤਰ ਨੇ ਕਿਹਾ ਕਿ ਤੁਸੀਂ ਮੇਰੇ ਅੰਤ ਵੇਲੇ ਦੇ ਸਿਖਾਈ ਹੋਏ, ਮੈਂ ਤੁਹਾਡਾ ਕੀ ਲੱਗਦਾ ਹਾਂ। ਉਸ ਸਮੇਂ ਫਿਰ ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਰਿਹਾ ਤੇ ਰੋਜ਼ ਹੀ ਸਤ ਸੰਗਤ ਦੀਆਂ ਘੜੀਆਂ ਤੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦੀ ਕਥਾ ਵਿਚਾਰ ਸਰਵਣ ਕਰਦਾ ਰਿਹਾ। ਸੋ ਸਤਿਗੁਰ ਇੱਥੇ ਕਿਰਪਾ ਕਰਦੇ ਹਨ, ਵੱਡ ਭਾਗੀ ਮੇਰਾ ਪ੍ਰਭ ਮਿਲੇ। ਵੱਡਿਆਂ ਭਾਗਾਂ ਨਾਲ ਹੀ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਤੇ ਵੱਡਿਆਂ ਭਾਗਾਂ ਨਾਲ ਹੀ ਸਤਿਗੁਰਾਂ ਦੇ ਨਾਲ ਮੇਲ ਹੁੰਦਾ ਹੈ। ਤੇ ਜਦੋਂ ਮੇਲ ਹੋ ਜਾਂਦਾ, ਸਤਿਗੁਰ ਕਹਿੰਦੇ ਉਤਰੇ ਸਭ ਵਿਯੋਗ, ਸਾਰੇ ਵਿਯੋਗ ਵਿਛੋੜੇ ਉਤਰ ਜਾਂਦੇ ਹਨ। ਨਾਨਕ ਕਉ ਪ੍ਰਭ ਰਾਖ ਲੇਖੇ, ਮੇਰੇ ਸਾਹਿਬ ਬੰਦੀ ਮੋਚ। ਸਤਿਗੁਰ ਜੀ ਕਥਨ ਕਰਦੇ ਹਨ ਕਿ ਸਤਿਗੁਰ ਜੀ ਸਾਨੂੰ ਅਜਿਹੇ ਪਾਪਾਂ ਤੋਂ, ਕਾਮ ਕ੍ਰੋਧ ਲੋਭ ਹੰਕਾਰ ਤੋਂ ਰੱਖ ਲੋ, ਸਾਨੂੰ ਬਚਾ ਲੋ, ਮੇਰੇ ਸਾਹਿਬ ਬੰਦੀ ਮੋਚ। ਸਤਿਗੁਰ ਜੀ ਸਾਰੇ ਬੰਦਨਾਂ ਨੂੰ ਕੱਟਣ ਵਾਲੇ ਮਹਾਰਾਜ ਸਾਨੂੰ ਬਖਸ਼ ਲੋ। ਸੋ ਸਤਿਗੁਰਾਂ ਨੇ ਕਿਰਪਾ ਕੀਤੀ। ਆਪ ਸਮੂਹ ਸੰਗਤਾਂ ਨੇ ਕੱਤਕ ਮਹੀਨੇ ਦੀ ਕਥਾ ਵਿਚਾਰ ਸਰਵਣ ਕੀਤੀ। ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਆਓ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਜੀ। ਕੀਤਾ ਕਿਛੁ ਨਾ ਹੋਈ, ਲਿਖਿਆ ਤੁਰ ਸੰਜੋਗ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ ਬੰਦੀ ਮੋਚ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾ ਉਤਰੇ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ